सत श्री अकाल, तुसीं देख रहे हो पंजाब मेल यूएस टीवी। मैं वरुण कौर मान खबरां दे बुलेटिन 'ਚ ਤੁਹਾਡਾ स्वागत। पेश ਤੋਂ ਪਹਿਲਾਂ ਚੋਣ ਦੀਆਂ खबरां। 5 ਲੱਖ गैर कानूनी प्रवासियों ਨੂੰ पक्का करेगा कैनेडा। अमेरिका तो खबर है, हाईजैक हुए जहाज की सुरक्षित लैंडिंग हो गई है, पायलट गिरफ्तार। 5 ਸਤੰਬਰ ਨੂੰ ਮੁੜ ਖੁੱਲ ਰਿਹਾ ਇਟਲੀ ਦੇ ਪੇਪਰ ਜਮ੍ਹਾਂ ਕਰਨ ਵਾਲਾ BFS ਗਲੋਬਲ ਜਲੰਧਰ ਤੇ ਚੰਡੀਗੜ੍ਹ ਦਫ਼ਤਰ। अमेरिकी कांग्रेस के मैंबर एतवार ਨੂੰ हड़ प्रभावित पाकिस्तान का करनगे दौरा। अमेरिका 'ਚ ਲੱਕੜ ਮਿਲ ਵਿੱਚ ਲੱਗੀ ਅੱਗ, ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਗਿਆ ਪਹੁੰਚਾਇਆ। रूस की वधी चिंता, UN की बैठक ਵਿੱਚ शामिल होने ਲਈ अमेरिका नहीं जारी कर रहा वीज़ा। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। गैर कानूनी तरीके नाल कनेडा विच रह रहे तकरीबन 5 ਲੱਖ प्रवासियों ਲਈ जश्न मनाउण दा समा आ गया। जी हाँ, ट्रूडो सरकार इन्हां नूं पक्का करन दी योजना ਲਈ ਤਿਆਰ ਹੈ ਤਾਂ ਕਿ ਆਰਥਿਕ ਗੁਲਾਮੀ ਦੀਆਂ ਜੰਜੀਰਾਂ ਵਿੱਚੋਂ ਆਜ਼ਾਦ ਕਰਵਾਇਆ ਜਾ ਸਕੇ। ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਜ਼ਿਆਦਾਤਰ ਪ੍ਰਵਾਸੀ ਖੇਤਾਂ ਵਿੱਚ ਕੰਮ ਕਰਦੇ ਨੇ ਜਾਂ ਕੰਸਟਰਕਸ਼ਨ, ਕੇਅਰ ਗਿਵਿੰਗ, ਕਲੀਨਿੰਗ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ ਨੀਕੁਣੀ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਨੇ। ਟੋਰਾਂਟੋ ਸਟਾਰ ਦੀ ਰਿਪੋਰਟ ਦੇ ਮੁਤਾਬਕ ਅਜਿਹੇ ਪ੍ਰਵਾਸੀਆਂ ਦਾ ਕੇਵਲ ਆਰਥਿਕ ਸ਼ੋਸ਼ਣ ਨਹੀਂ ਹੋ ਰਿਹਾ, ਸਗੋਂ ਮਾਨਸਿਕ ਤਸੀਹੇ ਵੀ ਬਰਦਾਸ਼ਤ ਕਰਨੇ ਪੈ ਰਹੇ ਨੇ। ਗੱਲ-ਗੱਲ ਤੇ ਇਹਨਾਂ ਨੂੰ ਇਮੀਗ੍ਰੇਸ਼ਨ ਅਫਸਰਾਂ ਕੋਲ ਫੜਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਅਤੇ ਬੇहद ਬੱਤਰ ਹਾਲਾਤਾਂ ਵਿੱਚ ਕੰਮ ਕਰਵਾਇਆ ਜਾਂਦਾ ਹੈ। अमेरिका के सूबे मिसिसिपी ਵਿੱਚ ਇੱਕ ਜਹਾਜ਼ ਦੇ ਪਾਇਲਟ ਵੱਲੋਂ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਧਮਕੀ ਦੇਣ ਨਾਲ ਹੜਕੰਪ ਮਚ ਗਿਆ। ਕਈ ਘੰਟਿਆਂ ਦੀ ਹਫੜਾ ਦਫੜੀ ਤੋਂ ਬਾਅਦ ਹੁਣ ਗਵਰਨਰ ਟੇਟ ਰੀਵਰਸ ਨੇ ਰਾਹਤ ਦੀ ਖਬਰ ਦਿੰਦਿਆਂ ਕਿਹਾ ਕਿ ਜਹਾਜ਼ ਨੇ ਐਸ਼ਲੈਂਡ ਦੇ ਦੱਖਣ ਪੱਛਮ ਵਿੱਚ ਇੱਕ ਖੇਤ ਵਿੱਚ ਸੁਰੱਖਿਅਤ ਲੈਂਡ ਕਰ ਲਿਆ ਤੇ ਜਹਾਜ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦੱਸ ਦੇ ਕਿ ਪਾਇਲਟ ਨੇ 9 ਸੀਟਾਂ ਵਾਲੇ ਜਹਾਜ਼ ਨੂੰ ਹਾਈਜੈਕ ਕਰਕੇ ਟੁਪੇਲੇ 에ਅਰਪੋਰਟ ਤੋਂ ਉਡਾਣ ਭਰੀ ਸੀ। ਇਸ ਤੋਂ ਬਾਅਦ ਉਹ ਕਈ ਘੰਟਿਆਂ ਤੱਕ ਸ਼ਹਿਰ ਦੇ ਉੱਪਰ ਹੀ ਜਹਾਜ਼ ਨੂੰ ਨਚਾਉਂਦਾ ਰਿਹਾ। ਪਾਇਲਟ ਨੇ ਮਿਸਿਸਿਪੀ ਦੇ ਟੁਪੇਲੋ ਵਿੱਚ ਇੱਕ ਸਥਾਨਕ ਵਾਲਮਾਰਟ ਤੋਂ ਜਾਣ-ਬੁੱਝ ਕੇ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਧਮਕੀ ਦਿੱਤੀ। ਪਾਇਲਟ ਦੀ ਧਮਕੀ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਕਰ ਦਿੱਤਾ ਸੀ। ਪੁਲਿਸ ਨੇ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਵਾਲਮਾਰਟ ਸਟੋਰ ਨੂੰ ਖਾਲੀ ਕਰਵਾ ਲਿਆ। ਇਹ ਘਟਨਾ ਸਵੇਰੇ 5 ਵਜੇ ਵਾਪਰੀ। ਪਾਇਲਟ ਦੀ ਇਸ ਧਮਕੀ ਤੋਂ ਬਾਅਦ ਪੁਲਿਸ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਕਿ ਅਧਿਕਾਰੀਆਂ ਦੀ ਕਾਫੀ ਕੋਸ਼ਿਸ਼ ਤੋਂ ਬਾਅਦ ਕਿਸੇ ਤਰ੍ਹਾਂ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਈ ਹੈ। पुलिस ने जहाज के पायलट को हिरासत में ले लिया और उस तो पुछगिछ जारी है। पायलट वालों जहाज को क्रैश करने की धमकी दिते जाने तो बाद अधिकारी भड़क गए सन। काले विच अधिकारियों ने भी इलाका खाली करवाना शुरू कर दिता। नागरिकों को उत्थों सुरक्षित स्थान पर पहुंचा दिता गया ते प्रशासन वालों अगले हुक्मां तक उन्होंने इलाके तो दूरी बना के रखने के निर्देश दिते गए। दस्सिया जा रहा कि इस दौरान टुपोलो पुलिस अधिकारी जहाज के पायलट के लगातार संपर्क में सन। अधिकारी ये यकीनी बनाने की कोशिश करते रहे कि पायलट किसी भी तरह उन्हों का कहना मन के जहाज को सुरक्षित लैंड करवाउण। आखिरकार अधिकारियों की मेहनत रंग लियाई और वो पायलट को जहाज की सुरक्षित लैंडिंग करवाउण विच कामयाब रहे। उन्हां तमाम मुरझाए चेहरिਆਂ ਤੇ ਪਲਾਂ 'ਚ ਲਾਲੀ ਛਾ ਜਾਏਗੀ ਜਿਹੜੇ ਪੰਜਾਬ ਵਿੱਚ VFS ਗਲੋਬਲ ਜਲੰਧਰ ਤੇ ਚੰਡੀਗੜ੍ਹ ਦੇ ਦਫ਼ਤਰ ਬੰਦ ਹੋਣ ਕਾਰਨ ਅਖੌਤੀ ਠੱਗ ਟਰੈਵਲ ਏਜੰਟਾਂ ਤੋਂ ਇਟਲੀ ਅੰਬੈਸੀ ਦਿੱਲੀ ਵਿੱਚ ਇਟਲੀ ਦਾ ਵੀਜ਼ਾ ਲੈਣ ਲਈ ਆਪਣੇ ਲੁੱਟ ਕਰਵਾਉਣ ਲਈ ਮਜਬੂਰ ਸਨ। ਕਈ ਨੌਜਵਾਨ ਬੇਬੇਸੀ ਵਿੱਚ ਇਹਨਾਂ ਏਜੰਟਾਂ ਕੋਲ ਹਜ਼ਾਰਾਂ ਰੁਪਏ ਦੇ ਕੇ ਵੀ ਧੱਕੇ ਖਾ ਰਹੇ ਸਨ ਤੇ ਇਹ ਠੱਗ ਏਜੰਟ ਉਹਨਾਂ ਨੂੰ ਮਿੱਠੀਆਂ ਗੋਲੀਆਂ ਦੇਣ ਦੇ ਹੋਰ ਕੁਝ ਨਹੀਂ ਦੇ ਰਹੇ। ਜਦੋਂ ਉਹਨਾਂ ਨੌਜਵਾਨਾਂ ਨੇ ਇਹ ਖਬਰ ਪੜ੍ਹੀ ਕਿ ਪਿਛਲੇ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਜਲੰਧਰ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਸਥਿਤ BFS ਗਲੋਬਲ ਦਫ਼ਤਰ 5 ਸਤੰਬਰ ਦਿਨ ਸੋਮਵਾਰ ਤੋਂ ਮੁੜ ਖੁੱਲ੍ਹ ਰਹੇ ਨੇ, ਜਿਨ੍ਹਾਂ ਰਾਹੀਂ ਬਿਨੇਕਾਰ ਇਟਲੀ ਦੇ ਵੀਜ਼ੇ ਲਈ ਅਰਜ਼ੀਆਂ ਇਹਨਾਂ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਸਕਦੇ ਨੇ। ਇਹ ਮਹੱਤਵਪੂਰਨ ਜਾਣਕਾਰੀ BFS ਗਲੋਬਲ ਵੱਲੋਂ ਆਪਣੀ ਵੈਬਸਾਈਟ ਰਾਹੀਂ ਨਸ਼ਰ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਹਨਾਂ ਦਫ਼ਤਰਾਂ ਦੇ ਬੰਦ ਹੋਣ ਨਾਲ ਉਹਨਾਂ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਸੀ ਜਿਨ੍ਹਾਂ ਨੇ ਇਟਲੀ ਕੰਮ ਕਰਨ ਜਾਂ ਪਰਿਵਾਰ ਕੋਲ ਜਾਣਾ ਸੀ। ਦਿੱਲੀ ਵਿੱਚ ਸਥਿਤ ਇਟਲੀ ਐਮਬੈਸੀ ਬਿਨੇਕਰਤਾ ਨੂੰ ਸੌਖੇ ਢੰਗ ਨਾਲ ਪੇਪਰ ਜਮ੍ਹਾਂ ਕਰਵਾਉਣ ਦਾ ਸਮਾਂ ਨਹੀਂ ਦੇ ਰਹੀ, ਜਿਸ ਕਾਰਨ ਕੁਝ ਅਖੌਤੀ ਠੱਗ ਏਜੰਟਾਂ ਨੇ ਇਟਲੀ ਐਮਬੈਸੀ ਦਿੱਲੀ ਵਿੱਚ ਪੇਪਰ ਜਮ੍ਹਾਂ ਕਰਵਾਉਣ ਦੀ ਤਾਰੀਖ ਲੈ ਕੇ ਦੇਣ ਲਈ ਮਜਬੂਰ ਲੋਕਾਂ ਨੂੰ ਦੋਵੇਂ ਹੱਥੀਂ ਰਚ ਕੇ ਲੁੱਟਿਆ ਤੇ ਸੈਂਕੜਿਆਂ 'ਚ ਮਿਲਣ ਵਾਲੀ ਪੇਪਰ ਜਮ੍ਹਾਂ ਕਰਵਾਉਣ ਵਾਲੀ ਤਾਰੀਖ ਦੀ ਲੱਖ ਤੋਂ ਉੱਪਰ ਨਿਲਾਮੀ ਕੀਤੀ। ਪਰ ਸਿਆਣਿਆਂ ਕਿਹਾ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ। ਵਾਂਗੜ ਜਲੰਧਰ ਤੇ ਚੰਡੀਗੜ੍ਹ ਦੇ ਦਫ਼ਤਰ ਖੁੱਲਣ ਨਾਲ ਹੁਣ ਇਸ ਗੋਰਖ ਧੰਦੇ ਨੂੰ ਠੱਲ ਪੈ ਜਾਏਗੀ। ਕੁਝ ਨੌਜਵਾਨ ਤਾਂ ਠੱਗ ਏਜੰਟਾਂ ਖਿਲਾਫ ਕੇਸ ਦਰਜ ਨੂੰ ਵੀ ਗਰਮ ਦੇਖੇ ਗਏ।
ਅਮਰੀਕੀ ਸੰਸਦ ਮੈਂਬਰ ਸੀਲਾ ਸੈਕਸ਼ਨ ਅਤੇ ਟੌਮ ਸਾਵਾਜੀ ਸ਼ਨੀਵਾਰ ਨੂੰ ਹੜ੍ਹ ਪ੍ਰਭਾਵਿਤ ਪਾਕਿਸਤਾਨ ਦੇ 2 ਦਿਨਾਂ ਦੌਰੇ ਤੇ ਪੀੜਤਾਂ ਨਾਲ ਇਕਜੁੱਟਤਾ ਦਿਖਾਉਣ ਦੇ ਲਈ ਰਵਾਨਾ ਹੋਏ। ਜ਼ੀਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਅਮਰੀਕੀ ਕਾਂਗਰਸ ਦੇ ਮੈਂਬਰ ਐਤਵਾਰ ਨੂੰ ਦੇਸ਼ ਪਹੁੰਚਣ ਅਤੇ ਸਿੰਧ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਜੈਕਸਨ ਨੇ ਇੱਕ ਨਿਊਜ਼ ਕਾਨਫਰੰਸ ਨੂੰ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਸੰਭਵ ਕਦਮ ਚੁੱਕਣਗੇ। ਅਮਰੀਕੀ ਸੰਸਦ ਮੈਂਬਰਾਂ ਨੇ ਕਿਹਾ, ਪਾਕਿਸਤਾਨ ਵਿੱਚ ਹੜ੍ਹਾਂ ਦੀ ਤਬਾਹੀ 30 ਮਿਲੀਅਨ ਤੋਂ ਵੱਧ ਪ੍ਰਭਾਵਿਤ ਹੋਣ ਦੇ ਨਾਲ ਵਿਨਾਸ਼ਕਾਰੀ ਹੈ। ਅਸੀਂ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਲੋਕ ਮਰ ਜਾਣਗੇ। ਜੈਕਸਨ ਨੇ ਕਿਹਾ, ਪਾਕਿਸਤਾਨ ਕੌਕਸ ਦੇ ਚੇਅਰਮੈਨ ਹੋਣ ਦੇ ਨਾਤੇ ਕੌਕਸ ਦੇ ਮੁਖੀ ਲਗਾਤਾਰ ਸਹਾਇਤਾ ਲਈ ਸਾਡੇ ਸਹਿਯੋਗੀਆਂ ਨਾਲ ਕੰਮ ਕਰਨਗੇ। ਹੁਣ ਰਾਹਤ ਦਾ ਸਮਾਂ ਆ ਗਿਆ। ਜੀਓ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਜਨਰਲ ਮਾਈਕਲ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਟੈਲੀਫੋਨ ਰਾਹੀਂ ਗੱਲ ਕੀਤੀ ਅਤੇ ਦੇਸ਼ ਵਿੱਚ ਇਤਿਹਾਸਕ ਹੜ੍ਹਾਂ 'ਚ ਹੋਏ ਜਾਨੀ ਨੁਕਸਾਨ ਤੇ ਸੋਗ ਪ੍ਰਗਟ ਕੀਤਾ। ਖਾਸ ਤੌਰ ਤੇ ਸੰਯੁਕਤ ਰਾਜ ਅਮਰੀਕਾ ਨੇ ਮੰਗਲਵਾਰ ਨੂੰ ਪਾਕਿਸਤਾਨ ਵਿੱਚ ਗੰਭੀਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਅਤੇ ਭਾਈਚਾਰਿਆਂ ਦੀ ਸਹਾਇਤਾ ਲਈ ਜੀਵਨ ਰੱਖਿਅਕ ਮਾਨਵਤਾਵਾਦੀ ਸਹਾਇਤਾ ਵਿੱਚ 30 ਮਿਲੀਅਨ ਅਮਰੀਕੀ ਡਾਲਰ ਦੀ ਵਾਧੂ ਸਹਾਇਤਾ ਦੀ ਘੋਸ਼ਣਾ ਕੀਤੀ। ਬਿਆਨ ਦੇ ਮੁਤਾਬਕ ਅਮਰੀਕਾ ਸਥਾਨਕ ਭਾਈਵਾਲਾਂ ਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੰਕਟ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ। ਤੁਰੰਤ ਲੋੜੀਂਦੀ ਮਾਨਵਤਾਵਾਦੀ ਸਹਾਇਤਾ ਵਿੱਚ 30 ਮਿਲੀਅਨ ਡਾਲਰ ਤੋਂ ਇਲਾਵਾ ਸੰਯੁਕਤ ਰਾਜ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ 1.1 ਮਿਲੀਅਨ ਡਾਲਰ ਤੋਂ ਵੱਧ ਗ੍ਰਾਂਟਾਂ ਅਤੇ ਪ੍ਰੋਜੈਕਟ ਸਹਾਇਤਾ ਪ੍ਰਦਾਨ ਕੀਤੀ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸਹਾਇਤਾ ਉਨ੍ਹਾਂ ਭਾਈਚਾਰਿਆਂ ਤੱਕ ਸਿੱਧੇ ਪਹੁੰਚ ਸਕੇ ਅਤੇ ਭਵਿੱਖ ਵਿੱਚ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਅਤੇ ਰੋਕਣ ਵਿੱਚ ਮਦਦ ਕੀਤੀ ਜਾ ਸਕੇ। ਅਮਰੀਕਾ ਦੇ ਪੱਛਮੀ ਰਾਜ ਕੈਲੀਫੋਰਨੀਆ ਵਿੱਚ ਇੱਕ ਲੱਕੜ ਮਿੱਲ ਵਿੱਚ ਲੱਗੀ ਅੱਗ ਤੇਜ਼ ਹਵਾਵਾਂ ਚੱਲਣ ਕਾਰਨ ਪੇਂਡੂ ਖੇਤਰਾਂ ਵਿੱਚ ਫੈਲ ਗਈ, ਜਿਸ ਕਾਰਨ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਉਣਾ ਪਿਆ। ਸ਼ੁੱਕਰਵਾਰ ਦੁਪਹਿਰ ਨੂੰ ਲੱਕੜ ਦੇ ਉਤਪਾਦ ਬਣਾਉਣ ਵਾਲੀ ਫੈਕਟਰੀ ਵਿੱਚ ਜਾਂ ਉਸ ਦੇ ਨੇੜੇ ਲੱਗੀ ਅੱਗ ਸੂਬੇ ਦੇ ਉੱਤਰੀ ਖੇਤਰ ਵੇਡ ਵਿੱਚ ਫੈਲ ਗਈ। ਸਥਾਨਕ ਫਾਇਰ ਸਰਵਿਸ ਦੇ ਬੁਲਾਰੇ ਸੂਜ਼ੀ ਬ੍ਰੈਡੀ ਨੇ ਦੱਸਿਆ ਕਿ ਅੱਗ ਵਿੱਚ ਕਈ ਲੋਕ ਜ਼ਖਮੀ ਹੋਏ ਨੇ। ਡਿਗਨਿਟੀ ਹੈਲਥ ਨਾਰਥ ਸਟੇਟ ਹਸਪਤਾਲ ਦੀ ਮਹਿਲਾ ਬੁਲਾਰਾ ਐਲਿਸਨ ਹੈਂਡਰਿਕਸਨ ਨੇ ਕਿਹਾ ਕਿ 2 ਜ਼ਖਮੀਆਂ ਨੂੰ ਮਰਸੀ ਮੈਡੀਕਲ ਸੈਂਟਰ ਮਾਊਂਟ ਸ਼ਾਸਤਾ ਲਿਆਂਦਾ ਗਿਆ। ਇਹਨਾਂ ਵਿੱਚੋਂ ਇੱਕ ਦੀ ਹਾਲਤ ਸਥਿਰ ਹੈ ਜਦਕਿ ਦੂਜੇ ਨੂੰ UC ਡੇਵਿਸ ਮੈਡੀਕਲ ਸੈਂਟਰ ਭੇਜਿਆ ਗਿਆ। ਸਪ੍ਰਿੰਗਫੀਲਡ ਓਰੇਗਨ ਵਿੱਚ ਰੋਜ਼ਬਰਗ ਫੋਰੈਸਟ ਉਤਪਾਦਾਂ ਦੀ ਸੰਚਾਰ ਨਿਰਦੇਸ਼ਕ ਰਾਵਿਕਾ ਟੇਲਰ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਅੱਗ ਕੰਪਨੀ ਦੇ ਕੰਪਲੈਕਸ ਵਿੱਚ ਜਾਂ ਇਸ ਦੇ ਨੇੜੇ ਲੱਗੀ ਸੀ। ਉਹਨਾਂ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ ਕੰਪਲੈਕਸ ਵਿੱਚੋਂ ਬਾਹਰ ਕੱਢ ਲਿਆ ਗਿਆ ਤੇ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅੱਗ 56 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਜ਼ਰੀਏ 10.3 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ। ਸ਼ਾਸਟਾ ਵਿਊ ਨਰਸਿੰਗ ਸੈਂਟਰ ਦੇ ਮੈਡੀਕਲ ਡਾਇਰੈਕਟਰ ਡਾਕਟਰ ਡੇਬੋਰਾ ਹਾਈਗਰ ਨੇ ਕਿਹਾ ਕਿ ਹਸਪਤਾਲ ਵਿੱਚ ਦਾਖਲ 23 ਵਿੱਚੋਂ 20 ਮਰੀਜ਼ਾਂ ਨੂੰ ਸਥਾਨਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ, ਜਦੋਂ ਕਿ 3 ਨੂੰ ਉਹਨਾਂ ਦੇ ਘਰਾਂ ਵਿੱਚ ਰੱਖਿਆ ਗਿਆ ਹੈ। ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਵੈਸੀਲੀ ਨੇਬੇਜ਼ੀਆ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ 'ਚ ਵਿਸ਼ਵ ਨੇਤਾਵਾਂ ਦੀ ਸਾਲਾਨਾ ਬੈਠਕ 'ਚ 3 ਹਫ਼ਤਿਆਂ ਤੋਂ ਵੀ ਘੱਟ ਸਮਾਂ ਬਾਕੀ ਰਹਿਣ ਦੇ ਮੱਦੇਨਜ਼ਰ ਇਹ ਚਿੰਤਾਜਨਕ ਹੈ ਕਿ ਵਿਦੇਸ਼ ਮੰਤਰੀ ਸਰਗੇਈ ਦੀ ਅਗਵਾਈ ਵਾਲੇ 56 ਮੈਂਬਰੀ ਵਫਦ ਦੇ ਇੱਕ ਵੀ ਮੈਂਬਰ ਨੂੰ ਅਜੇ ਤੱਕ ਅਮਰੀਕਾ 'ਚ ਦਾਖਲ ਹੋਣ ਲਈ ਵੀਜ਼ਾ ਜਾਰੀ ਨਹੀਂ ਕੀਤਾ ਗਿਆ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੂੰ ਲਿਖੇ ਇੱਕ ਪੱਤਰ ਵਿੱਚ ਨੇਬੰਜ਼ੀਆ ਨੇ ਕਿਹਾ, ਇਹ ਹੋਰ ਵੀ ਚਿੰਤਾਜਨਕ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਅਮਰੀਕੀ ਅਧਿਕਾਰੀ ਸੰਯੁਕਤ ਰਾਸ਼ਟਰ ਦੇ ਅਧਿਕਾਰਤ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਅਧਿਕਾਰਤ ਰੂਸ ਦੇ ਪ੍ਰਤੀਨਿਧੀਆਂ ਨੂੰ ਦਾਖਲ ਵੀਜ਼ਾ ਦੇਣ ਤੋਂ ਲਗਾਤਾਰ ਇਨਕਾਰ ਕਰ ਰਹੇ ਨੇ। ਇਸ ਪੱਤਰ ਦੀ ਕਾਪੀ ਸ਼ੁੱਕਰਵਾਰ ਰਾਤ ਨੂੰ ਮਿਲੀ। ਰੂਸੀ ਰਾਜਦੂਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਮੇਜ਼ਬਾਨ ਦੇਸ਼ ਅਮਰੀਕਾ ਕਾਨੂੰਨੀ ਤੌਰ ਤੇ ਵੀਜ਼ਾ ਜਾਰੀ ਕਰਦਾ ਹੈ। ਉਹਨਾਂ ਨੇ ਕਿਹਾ ਕਿ 19 ਸਤੰਬਰ ਤੋਂ ਸ਼ੁਰੂ ਹੋ ਰਹੀ ਸੰਯੁਕਤ ਰਾਸ਼ਟਰ ਦੀ ਉੱਚ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਇੱਕ ਅਰਜ਼ੀ ਮਾਸਕੋ ਸਥਿਤ ਅਮਰੀਕੀ ਦੂਤਘਰ ਨੂੰ ਸੌਂਪੀ ਜਾ ਚੁੱਕੀ ਹੈ। ਨੇਬੇਂਜ਼ੀਆ ਨੇ ਗੁਤਾਰੇਸ ਨੂੰ ਅਮਰੀਕੀ ਅਧਿਕਾਰੀਆਂ ਨੂੰ ਇੱਕ ਵਾਰ ਫਿਰ ਦਬਾਅ ਵਧਾਉਣ ਦੀ ਅਪੀਲ ਕੀਤੀ ਹੈ ਕਿ ਉਹ ਸਾਰੇ ਰੂਸੀ ਪ੍ਰਤੀਨਿਧਾਂ ਅਤੇ ਪੱਤਰਕਾਰਾਂ ਸਮੇਤ ਉਹਨਾਂ ਦੇ ਨਾਲ ਆਉਣ ਵਾਲੇ ਲੋਕਾਂ ਨੂੰ ਜਲਦ ਵੀਜ਼ਾ ਜਾਰੀ ਕਰਨ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਰੂਸ ਦਰਮਿਆਨ ਪਹਿਲਾਂ ਤੋਂ ਹੀ ਖਰਾਬ ਰਿਸ਼ਤਾ ਮਾਸਕੋ ਵੱਲੋਂ ਯੂਕਰੇਨ ਤੇ 24 ਫਰਵਰੀ ਨੂੰ ਹਮਲਾ ਕੀਤੇ ਜਾਣ ਤੋਂ ਬਾਅਦ ਹੋਰ ਵਿਗੜ ਗਿਆ।
इस दौरान संयुक्त राष्ट्र ਵਿੱਚ ਅਮਰੀਕੀ ਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਮੇਜ਼ਬਾਨ ਦੇਸ਼ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਸੰਯੁਕਤ ਰਾਸ਼ਟਰ ਦੇ ਸਮਾਗਮਾਂ ਵਿੱਚ ਰੂਸੀ ਪ੍ਰਤੀਨਿਧੀਆਂ ਨੂੰ ਹਰ ਸਾਲ ਸੈਂਕੜੇ ਵੀਜ਼ੇ ਜਾਰੀ ਕੀਤੇ ਜਾਂਦੇ ਨੇ। ਬੁਲਾਰੇ ਨੇ ਕਿਹਾ ਕਿ ਸਮੇਂ ਸਿਰ ਵੀਜ਼ਾ ਜਾਰੀ ਕਰਨ ਲਈ ਅਸੀਂ ਬਾਰ-ਬਾਰ ਸੰਯੁਕਤ ਰਾਸ਼ਟਰ ਵਿੱਚ ਰੂਸੀ ਮਿਸ਼ਨ ਨੂੰ ਯਾਦ ਦਿਵਾਉਂਦੇ ਹਾਂ ਕਿ ਅਮਰੀਕਾ ਨੂੰ ਜਲਦੀ ਤੋਂ ਜਲਦੀ ਅਰਜ਼ੀਆਂ ਭੇਜੀਆਂ ਜਾਣੀਆਂ ਚਾਹੀਦੀਆਂ ਨੇ। ਉਹਨਾਂ ਨੇ ਕਿਹਾ ਕਿ ਇਹ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਰੂਸ ਵਿੱਚ ਸਾਡੇ ਦੂਤ ਘਰ ਦੇ ਖਿਲਾਫ ਰੂਸ ਦੀ ਗੈਰ ਵਾਜਬ ਕਾਰਵਾਈ ਨਾਲ ਸਾਡੇ ਕਰਮਚਾਰੀਆਂ ਦੀ ਸੰਖਿਆ ਤੇ ਵੀਜ਼ਾ ਜਾਰੀ ਕਰਨ ਦੀ ਸਾਡੀ ਯੋਗਤਾ ਪ੍ਰਭਾਵਿਤ ਹੋਈ ਹੈ। ਭਾਰਤੀ ਮੂਲ ਦੇ ਪ੍ਰੋਫੈਸਰ ਸਵਾਤੀ ਅਰੂਰ ਨੂੰ ਨੈਸ਼ਨਲ ਅਕੈਡਮੀ ਆਫ ਮੈਡੀਸਨ ਨੇ ਸਾਲ 2022 ਲਈ ਐਮਰਜਿੰਗ ਲੀਡਰ ਇਨ ਹੈਲਥ ਐਂਡ ਮੈਡੀਸਨ ਸਕਾਲਰ ਵਜੋਂ ਚੁਣਿਆ। ਅਰੂਰ ਟੈਕਸਾਸ ਯੂਨੀਵਰਸਿਟੀ ਦੇ MD ਐਂਡਰਸਨ ਕੈਂਸਰ ਸੈਂਟਰ ਵਿੱਚ ਜੈਨੇਟਿਕਸ ਦੀ ਪ੍ਰੋਫੈਸਰ ਅਤੇ ਉਪ ਪ੍ਰਧਾਨ ਹੈ। MD ਐਂਡਰਸਨ ਦੀ ਸਥਾਪਨਾ 2016 ਵਿੱਚ ਕੀਤੀ ਗਈ ਸੀ ਅਤੇ ਅਰੂਰ ਇਸ ਵਕਾਰੀ ਸਮੂਹ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਫੈਕਲਟੀ ਦੀ ਪਹਿਲੀ ਮੈਂਬਰ ਹੈ। ਸਿਹਤ ਸੇਵਾਵਾਂ ਵਿੱਚ ਸੁਧਾਰ ਨੂੰ ਲੈ ਕੇ ਉਹਨਾਂ ਦਾ ਜਨੂੰਨ ਉਦੋਂ ਜਗ ਜ਼ਾਹਿਰ ਹੋਇਆ ਜਦੋਂ 1991-1994 ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ ਉਹਨਾਂ ਨੇ HIV ਪੀੜਤ ਬੱਚਿਆਂ ਦੀ ਬਿਹਤਰ ਦੇਖਭਾਲ ਲਈ ਇੱਕ ਗੈਰ ਸਰਕਾਰੀ NGO ਦੀ ਸ਼ੁਰੂਆਤ ਕੀਤੀ ਸੀ। ਅਰੂਰ ਨੇ 2001 ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਯਾਨੀ ਕਿ ਏਮਸ ਤੋਂ ਮਾਈਕਰੋਬਾਇਓਲੋਜੀ ਵਿੱਚ PhD ਕੀਤੀ ਅਤੇ ਇਸ ਤੋਂ ਬਾਅਦ ਕਨੈਕਟੀਕਟ ਯੂਨੀਵਰਸਿਟੀ ਤੋਂ ਮਾਸਟਰਸ ਦੀ ਡਿਗਰੀ ਕੀਤੀ। ਅਮਰੀਕਾ ਨੇ ਕਿਹਾ ਹੈ ਕਿ ਉਹ ਵਿਕਸਿਤ ਦੇਸ਼ਾਂ ਦੇ ਸਮੂਹ G7 ਦੇ ਐਲਾਨ ਮੁਤਾਬਕ ਰੂਸੀ ਤੇਲ ਦੀ ਦਰਾਮਦ ਤੇ ਇੱਕ ਪ੍ਰਾਈਸ ਲਿਮਿਟ ਲਾਗੂ ਕਰਾਉਣ ਲਈ ਵਚਨਬੱਧ ਹੈ। ਅਮਰੀਕਾ ਨੇ ਕਿਹਾ ਕਿ ਗੈਰ ਕਾਨੂੰਨੀ ਜੰਗ ਲਈ ਧਨ ਜੁਟਾਉਣ ਦੇ ਮੁੱਖ ਸਰੋਤ ਨੂੰ ਪ੍ਰਭਾਵਿਤ ਕਰੇਗਾ। ਇਸ ਤੋਂ ਇਲਾਵਾ ਇਸ ਕਦਮ ਨਾਲ ਅਮਰੀਕਾ ਨੂੰ ਤੇਜ਼ੀ ਨਾਲ ਵੱਧਦੀ ਗਲੋਬਲ ਮਹਿੰਗਾਈ ਨਾਲ ਲੜਨ 'ਚ ਮਦਦ ਮਿਲਣ ਦੀ ਵੀ ਉਮੀਦ ਹੈ। G7 ਸਮੂਹ ਦੇ ਮੈਂਬਰ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਰੂਸੀ ਤੇਲ ਦੀ ਦਰਾਮਦ ਤੇ ਪ੍ਰਾਈਸ ਲਿਮਿਟ ਲਾਗੂ ਕਰਨ ਲਈ ਤੁਰੰਤ ਕਦਮ ਉਠਾਉਣ ਦਾ ਸੰਕਲਪ ਜਤਾਇਆ। ਰੂਸ ਆਪਣੇ ਕੱਚੇ ਤੇਲ ਦੀ ਵਿਕਰੀ ਤੋਂ ਮਿਲਣ ਵਾਲੇ ਧਨ ਦਾ ਇਸਤੇਮਾਲ ਯੂਕਰੇਨ ਖਿਲਾਫ ਜਾਰੀ ਫੌਜੀ ਕਾਰਵਾਈ 'ਚ ਕਰ ਰਿਹਾ। ਇਸ ਵਿੱਤੀ ਸਰੋਤ ਨੂੰ ਕਮਜ਼ੋਰ ਕਰਨ ਲਈ G7 ਰੂਸੀ ਤੇਲ ਦੀ ਇੱਕ ਲਿਮਿਟ ਤੈਅ ਕਰਨਾ ਚਾਹੁੰਦਾ ਹੈ। G7 ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਰੂਸ ਤੋਂ ਤੇਲ ਦੀ ਖਰੀਦ ਦੀ ਇੱਛਾ ਰੱਖਣ ਵਾਲੇ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਿਰਧਾਰਿਤ ਪ੍ਰਾਈਸ ਲਿਮਿਟ ਘੱਟ ਰੇਟ ਤੋਂ ਹੀ ਰੂਸ ਤੋਂ ਤੇਲ ਦੀ ਖਰੀਦ ਕਰਨ। G7 ਸਮੂਹ ਵਿੱਚ ਬ੍ਰਿਟੇਨ, ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਨੇ। ਇਹ ਦੁਨੀਆ ਦੀਆਂ ਸਭ ਤੋਂ 7 ਵੱਡੀਆਂ ਅਤੇ ਮੋਹਰੀ ਅਰਥ ਵਿਵਸਥਾਵਾਂ ਦਾ ਸੰਗਠਨ ਹੈ ਜਿਸ ਦਾ ਗਲੋਬਲ ਵਪਾਰ ਅਤੇ ਕੌਮਾਂਤਰੀ ਫੰਡਿੰਗ ਵਿਵਸਥਾ ਤੇ ਦਬਦਬਾ ਹੈ। ਅਮਰੀਕੀ ਰਾਸ਼ਟਰਪਤੀ ਦਫ਼ਤਰ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੇਨ ਜ਼ੀਨ ਪੇਰੇ ਨੇ ਸ਼ੁੱਕਰਵਾਰ ਨੂੰ ਇੱਥੇ ਨਿਯਮਿਤ ਪ੍ਰੈਸ ਬਰੀਫਿੰਗ ਵਿੱਚ ਕਿਹਾ ਕਿ ਰੂਸੀ ਤੇਲ ਦਰਾਮਦ ਤੇ ਪ੍ਰਾਈਸ ਲਿਮਿਟ ਤੈਅ ਕਰਨਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਗਲੋਬਲ ਊਰਜਾ ਕੀਮਤਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੇ ਸਾਡੇ ਏਜੰਡੇ ਦਾ ਹਿੱਸਾ ਹੈ ਜੋ ਅਮਰੀਕਾ ਅਤੇ ਦੁਨੀਆ ਭਰ 'ਚ ਖਪਤਕਾਰਾਂ ਨੂੰ ਲਾਭ ਪਹੁੰਚਾਏਗਾ। ਅਮਰੀਕਾ ਸਮੇਤ ਕਈ ਪੱਛਮ ਦੇਸ਼ਾਂ ਤੇ ਯੂਕਰੇਨ ਰੂਸ ਦੇ ਹਮਲੇ ਖਿਲਾਫ ਸਖਤ ਰਵੱਈਆ ਅਪਣਾਏ ਹੋਏ ਨੇ ਅਤੇ ਉਹਨਾਂ ਨੇ ਰੂਸ ਤੇ ਕਈ ਆਰਥਿਕ ਪਾਬੰਦੀਆਂ ਵੀ ਲਗਾਈਆਂ ਨੇ। ਪਰ ਇਹਨਾਂ ਪਾਬੰਦੀਆਂ ਤੋਂ ਬੇਅਸਰ ਰੂਸ ਨੇ ਯੂਕਰੇਨ ਖਿਲਾਫ ਆਪਣੀ ਮੁਹਿੰਮ ਜਾਰੀ ਰੱਖੀ ਹੋਈ ਹੈ। ਨਿਊ ਜਰਸੀ ਦੇ ਪੈਲੀਸੇਡਸ ਇੰਟਰਸਟੇਟ ਪਾਰਕਵੇ ਤੇ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿੱਚ ਵੈਨ ਵਿੱਚ ਸਵਾਰ 4 ਯਾਤਰੀਆਂ ਦੀ ਮੌਤ ਹੋ ਗਈ। ਇਹ ਭਿਆਨਕ ਹਾਦਸਾ ਐਗਲਵੁੱਡ ਕਲਿਫਸ ਵਿੱਚ ਪੈਲੀਸੇਡਸ ਇੰਟਰਸਟੇਟ ਪਾਰਕਵੇ ਨਿਊ ਜਰਸੀ ਵਿੱਚ ਸ਼ੁੱਕਰਵਾਰ ਤੜਕੇ ਇੱਕ ਹਾਈਵੇ ਉੱਤੇ ਵਾਪਰਿਆ। ਯਾਤਰੀ ਵੈਨ ਵਿੱਚ ਕੁੱਲ 12 ਲੋਕ ਸਵਾਰ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਾਰੇ ਨਿਊਯਾਰਕ ਸਿਟੀ ਤੋਂ ਨੇ ਅਤੇ ਵਾਪਸ ਜਾ ਰਹੇ ਸਨ। ਇਹ ਲੋਕ ਇੱਕ ਵੇਅਰ ਹਾਊਸ ਤੋਂ ਚੈਸਟਰ ਔਰੇਂਜ ਕਾਉਂਟੀ ਵਿੱਚ ਹੈ। ਉਹ ਉੱਥੇ ਕੰਮ ਕਰਦੇ ਨੇ। ਜਦੋਂ ਹਾਦਸਾਗ੍ਰਸਤ ਵੈਨ ਵਿੱਚੋਂ ਪੀੜਤਾਂ ਨੂੰ ਬਾਹਰ ਕੱਢਿਆ ਗਿਆ ਤਾਂ 4 ਲੋਕਾਂ ਨੂੰ ਮੌਕੇ ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਜ਼ਖਮੀ ਹੋਏ 8 ਲੋਕਾਂ ਨੂੰ ਇਸ ਖੇਤਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ। ਮਾਰੇ ਗਏ ਤੇ ਜ਼ਖਮੀ ਸਾਰੇ ਲੋਕ ਸਪੈਨਿਸ਼ ਮੂਲ ਦੇ ਨੇ। ਨਿਊ ਜਰਸੀ ਦੇ ਪੈਲੀਸੇਡਸ ਇੰਟਰਸਟੇਟ ਪਾਰਕਵੇ ਤੇ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿੱਚ ਵੈਨ 'ਚ ਸਵਾਰ 4 ਯਾਤਰੀਆਂ ਦੀ ਮੌਤ ਹੋ ਗਈ। ਭਿਆਨਕ ਹਾਦਸਾ ਐਂਗਲਵੁੱਡ ਕਲਿਫਸ ਵਿੱਚ ਪੈਲੀਸੇਡਸ ਇੰਟਰਸਟੇਟ ਪਾਰਕਵੇ ਨਿਊ ਜਰਸੀ ਵਿੱਚ ਸ਼ੁੱਕਰਵਾਰ ਤੜਕੇ ਹਾਈਵੇ ਉੱਤੇ ਵਾਪਰਿਆ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਸ਼ਨੀਚਰਵਾਰ ਨੂੰ ਲਗਾਤਾਰ ਦੂਸਰੀ ਵਾਰ ਵੀ ਆਪਣੇ ਨਵੇਂ ਚੰਦਰਮਾ ਮਿਸ਼ਨ ਨੂੰ ਲਾਂਚ ਕਰਨ 'ਚ ਸਫਲ ਰਹੀ। ਪਹਿਲੀ ਕੋਸ਼ਿਸ਼ ਵੀ ਇਸੇ ਤਰ੍ਹਾਂ ਇੰਜਣ 'ਚ ਗੜਬੜੀ ਅਤੇ ਈਂਧਨ ਰਿਸਾਅ ਦੀ ਸਮੱਸਿਆ ਸਾਹਮਣੇ ਆਈ। ਇਸ ਦੇ ਬਾਅਦ ਇਸ ਪ੍ਰੋਗਰਾਮ ਨੂੰ ਰੋਕ ਦਿੱਤਾ ਗਿਆ। ਨਾਸਾ ਰਾਕੇਟ ਮਿਸ਼ਨ ਦੇ ਜ਼ਰੀਏ ਚੰਦਰਮਾ ਤੇ ਇਨਸਾਨ ਭੇਜਣ ਤੋਂ ਪਹਿਲਾਂ ਇੱਕ ਪ੍ਰੀਖਣ ਕਰ ਰਿਹਾ। ਇਸ ਹਫ਼ਤੇ ਦੂਸਰੀ ਵਾਰ ਲਾਂਚ ਟੀਮ ਨੇ 322 ਫੁੱਟ ਰਾਕੇਟ 'ਚ ਲਗਭਗ 1 ਮਿਲੀਅਨ ਗੈਲਨ ਈਂਧਨ ਭਰਨਾ ਸ਼ੁਰੂ ਕੀਤਾ ਜੋ ਨਾਸਾ ਦੁਆਰਾ ਨਿਰਮਿਤ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਹੈ। ਖਰਾਬ ਇੰਜਣ, ਸੈਂਸਰ ਅਤੇ ਲੀਕ ਹੋਣ ਵਾਲੇ ਇੰਧਣ ਦੇ ਕਾਰਨ ਸੋਮਵਾਰ ਦੀ ਕੋਸ਼ਿਸ਼ ਨੂੰ ਰੋਕ ਦਿੱਤਾ ਗਿਆ।
ਨਾਸਾ ਨੇ ਕਿਹਾ ਕਿ ਉਸ ਦਾ ਪੁਲਾੜ ਲਾਂਚ ਸਿਸਟਮ ਰਾਕੇਟ ਕੈਪਸੂਲ ਚੰਦਰਮਾ ਦੇ ਨਜ਼ਦੀਕ ਪਹੁੰਚਣ ਦੀ ਕੋਸ਼ਿਸ਼ ਕਰੇਗਾ ਤੇ ਇਸ ਦੇ ਬਾਅਦ ਵਾਪਸ ਆ ਜਾਏਗਾ। ਨਾਸਾ ਚੰਦਰਮਾ ਦੇ ਚਾਰੇ ਪਾਸੇ ਰਾਕੇਟ ਦੇ ਉੱਪਰ ਕਰੂ ਕੈਪਸੂਲ ਭੇਜਣਾ ਚਾਹੁੰਦਾ ਹੈ। ਜੇਕਰ ਪ੍ਰੀਖਣ ਸਫਲ ਹੁੰਦਾ ਹੈ ਤਾਂ ਪੁਲਾੜ ਯਾਤਰੀ 2024 ਚ ਚੰਦਰਮਾ ਦੇ ਚਾਰੇ ਪਾਸੇ ਉੱਡ ਸਕਦੇ ਨੇ ਤੇ 2025 ਚ ਉਸ ਤੇ ਉਤਰ ਸਕਦੇ ਨੇ। ਅਮਰੀਕਾ ਦੇ ਰਾਜ ਮਿਸੀਸਿਪੀ ਦੀ ਰਾਜਧਾਨੀ ਜੈਕਸਨ ਦੇ ਵਾਸੀਆਂ ਨੂੰ ਪਿਛਲੇ 5 ਦਿਨਾਂ ਤੋਂ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ। ਬੀਤੇ ਸੋਮਵਾਰ ਬਾਰਿਸ਼ ਦੇ ਪਾਣੀ ਨੇ ਪਹਿਲਾਂ ਹੀ ਡਾਵਾਂਡੋਲ ਚੱਲ ਰਹੇ ਟ੍ਰੀਟਮੈਂਟ ਪਲਾਂਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਤੇ ਟ੍ਰੀਟਮੈਂਟ ਪਲਾਂਟ ਅਜੇ ਤੱਕ ਸਾਫ਼ ਪਾਣੀ ਮੁਹੱਈਆ ਕਰਵਾਉਣ ਵਿੱਚ ਅਸਮਰਥ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੀਟਮੈਂਟ ਪਲਾਂਟ ਸਿਸਟਮ ਮੁੜ ਸ਼ੁਰੂ ਕਰਨ ਲਈ ਅਹਿਮ ਪ੍ਰਗਤੀ ਹੋਈ ਹੈ, ਪਰ ਜੈਕਸਨ ਦੇ ਅੰਦਾਜ਼ਨ 1.5 ਲੱਖ ਵਾਸੀਆਂ ਨੂੰ ਸਾਫ਼ ਪਾਣੀ ਦੀ ਸਪਲਾਈ ਕਦੋਂ ਸ਼ੁਰੂ ਹੋਏਗੀ, ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ। ਜੈਕਸਨ ਵਾਸੀਆਂ ਨੂੰ ਉਬਲਿਆ ਪਾਣੀ ਪੀਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਨੇ। ਸਥਾਨਕ ਵਾਸੀ ਪੀਣ ਲਈ, ਖਾਣਾ ਬਣਾਉਣ ਲਈ ਤੇ ਦੰਦ ਸਾਫ਼ ਕਰਨ ਲਈ ਬੋਤਲ ਵਾਲਾ ਪਾਣੀ ਖਰੀਦਣ ਲਈ ਮਜਬੂਰ ਨੇ। ਮਿਸੀਸਿਪੀ ਸਿਹਤ ਵਿਭਾਗ ਦੇ ਸਿਹਤ ਸੁਰੱਖਿਆ ਬਾਰੇ ਡਾਇਰੈਕਟਰ ਜਿਮ ਕੈਰੇਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਬਹਾਲੀ ਲਈ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ। ਅਮਰੀਕਾ ਦੇ ਆਈਡਾਹੋ ਰਾਜ ਦੇ ਸਾਬਕਾ ਵਿਧਾਇਕ ਐਰੋਨ ਵਾਨ ਐਹਲਿੰਗਰ ਨੂੰ ਜ਼ਬਰ ਜਨਾਹ ਦੇ ਇੱਕ ਮਾਮਲੇ 'ਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। 40 ਸਾਲਾ ਐਹਲਿੰਗਰ ਇੱਕ 19 ਸਾਲਾ ਲੜਕੀ ਨਾਲ ਜ਼ਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਡਾ ਕਾਉਂਟੀ ਡਿਸਟ੍ਰਿਕਟ ਜੱਜ ਮਿਸ਼ੇਲ ਰੀਡਰ ਨੇ ਐਹਲਿੰਗਰ ਨੂੰ ਦੋਸ਼ੀ ਮੰਨਦਿਆਂ 20 ਸਾਲ ਦੀ ਸਜ਼ਾ ਸੁਣਾਉਂਦਿਆਂ ਆਪਣੇ ਆਦੇਸ਼ ਵਿੱਚ ਲਿਖਿਆ ਹੈ ਕਿ ਦੋਸ਼ੀ 8 ਸਾਲ ਬਾਅਦ ਪੈਰੋਲ ਲਈ ਦਰਖਾਸਤ ਦੇ ਸਕਦਾ ਹੈ। ਕਾਉਂਟੀ ਦੇ ਵਕੀਲ ਜਨ ਨੇ ਪੀੜਤ ਜੈਨ ਡੋਏ ਵੱਲੋਂ ਮਾਮਲੇ ਦੀ ਜਾਂਚ ਦੀ ਪੂਰੀ ਸੁਣਵਾਈ ਦੌਰਾਨ ਵਿਖਾਏ ਹੌਸਲੇ ਦੀ ਤਾਰੀਫ ਕੀਤੀ ਹੈ ਤੇ ਉਸ ਦਾ ਧੰਨਵਾਦ ਕੀਤਾ ਹੈ। ਅਮਰੀਕਾ ਭਾਰਤ ਦੋ ਇੰਟਰਨੈਸ਼ਨਲ ਮੀਟਿੰਗਾਂ ਅਤੇ ਸਮੁੰਦਰੀ ਸੁਰੱਖਿਅਤ ਗੱਲਬਾਤ ਵਿੱਚ ਹਿੱਸਾ ਲੈਣ ਲਈ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦਾ ਸਮੂਹ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰੇਗਾ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਗੱਲਬਾਤ 5 ਤੋਂ 8 ਸਤੰਬਰ ਤੱਕ ਚੱਲੇਗੀ। ਕੈਨੇਡਾ ਦੇ ਪੂਰਬੀ ਸੂਬੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਇੱਕ ਕਸਬੇ ਵਿੱਚ ਰਿਫਾਈਨਰੀ ਵਿੱਚ ਹੋਏ ਧਮਾਕੇ 'ਚ 8 ਕਰਮਚਾਰੀ ਜ਼ਖਮੀ ਹੋ ਗਏ ਨੇ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮੀਡੀਆ ਰਿਪੋਰਟਾਂ ਵਿੱਚ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਧਮਾਕਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਕਮ ਬਾਈ ਚਾਂਸ ਸ਼ਹਿਰ ਵਿੱਚ ਸਥਿਤ ਇੱਕ ਰਿਫਾਈਨਰੀ ਵਿੱਚ ਹੋਇਆ। ਰਿਫਾਈਨਰੀ ਦਾ ਸੰਚਾਲਨ ਕਰਨ ਵਾਲੀ ਕੰਪਨੀ ਬਰੀਆ ਨੇ ਇੱਕ ਬਿਆਨ 'ਚ ਧਮਾਕੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਸਥਿਤੀ ਤੇ ਕਾਬੂ ਪਾ ਲਿਆ ਗਿਆ ਹੈ। ਹੈਲਥ ਕੈਨੇਡਾ ਵੱਲੋਂ ਮਾਡਰਨਾ ਦੀ ਨਵੀਂ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜੋ ਕੋਰੋਨਾ ਵਾਇਰਸ ਦੇ ਓਮਿਕਰੋਨ ਵਾਇਰਸ ਤੋਂ ਬਚਾਅ ਕਰੇਗੀ। ਸਿਹਤ ਮੰਤਰੀ ਜ਼ੀਨ ਡਕਲੌਸ ਨੇ ਦੱਸਿਆ ਕਿ ਓਮਿਕਰੋਨ ਬੂਸਟਰ ਦੀਆਂ 7,80,000 ਖੁਰਾਕਾਂ ਕੈਨੇਡਾ ਪਹੁੰਚ ਰਹੀਆਂ ਨੇ। ਡਕੌਲਸ ਨੇ ਕਿਹਾ ਕਿ ਆਉਂਦੇ ਸਿਆਲ ਵਿੱਚ ਕੋਰੋਨਾ ਮਹਾਮਾਰੀ ਮੁੜ ਸਿਰ ਚੁੱਕ ਸਕਦੀ ਹੈ, ਜਿਸ ਨੂੰ ਵੇਖਦਿਆਂ ਨਵੀਂ ਵੈਕਸੀਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਤੱਕ ਕੇਵਲ 60% ਕੈਨੇਡਾ ਵਾਸੀਆਂ ਨੇ ਬੂਸਟਰ ਡੋਜ਼ ਲਗਵਾਈ ਹੈ ਅਤੇ ਇਨ੍ਹਾਂ ਹਾਲਾਤਾਂ ਵਿੱਚ ਓਮਿਕਰੋਨ ਵੈਰੀਐਂਟ ਕਹਿਰ ਢਾ ਸਕਦਾ ਹੈ। ਵੈਕਸੀਨੇਸ਼ਨ ਦੀ ਦਰ 90% ਤੱਕ ਪਹੁੰਚਣ ਮਗਰੋਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ। ਕੈਨੇਡਾ ਵਿੱਚ ਕਾਰਾਂ ਖੋਹਣ ਜਾਂ ਚੋਰੀ ਕਰਨ ਦੇ ਮਾਮਲਿਆਂ ਵਿੱਚ ਪੰਜਾਬੀਆਂ ਦੇ ਨਾਮ ਉੱਭਰ ਕੇ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਓਨਟਾਰੀਓ ਦੇ ਯਾਰਕ ਰੀਜਨ ਵਿੱਚ ਸਾਹਮਣੇ ਆਇਆ, ਜਿੱਥੇ ਪੁਲਿਸ ਵੱਲੋਂ 25 ਸਾਲ ਦੇ ਗੁਰਪ੍ਰੀਤ ਸਿੰਘ ਵਿਰੁੱਧ गिरफ्तारी वारंट जारी किए गए ने। यार्क रीजनल पुलिस ने दस्सिया कि बीते सोमवार ਨੂੰ न्यू मार्केट के ईगल स्ट्रीट वेस्ट ਅਤੇ डेविस ड्राइव इलाके ਵਿੱਚ 78 साल की बजुर्ग औरत तो कार खोहण का मामला सामने आया। पुलिस के मुताबिक बजुर्ग औरत अपनी कार पार्किंग लॉट ਵਿੱਚ खड़ी करन मगरों बाहर निकली सी कि एक शख्स आया ਅਤੇ औरत ਨੂੰ धक्का दे के जमीन ते सुੱਟ ਦਿੱਤਾ। इस दौरान उसने औरत तो कार ਦੀਆਂ ਚਾਬੀਆਂ ਖੋਹ ਲਈਆਂ ਤੇ ਗੱਡੀ ਲੈ ਕੇ फरार हो गया। पाकिस्तान ਵਿੱਚ ਭਾਰੀ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਸ ਹੜ੍ਹ 'ਚ ਜਾਨ ਮਾਲ ਦਾ ਕਾਫੀ ਨੁਕਸਾਨ ਹੋ ਰਿਹਾ। ਸਥਿਤੀ ਇਹ ਹੈ ਕਿ ਪਾਕਿਸਤਾਨ ਸਰਕਾਰ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪਾਕਿਸਤਾਨ ਦੇ ਵਿਨਾਸ਼ਕਾਰੀ ਹੜ੍ਹਾਂ ਕਾਰਨ ਦੇਸ਼ ਵਿੱਚ ਕਰੀਬ 1300 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫੌਜ ਦਾ ਰਾਹਤ ਕਾਰਜ ਜਾਰੀ ਹੈ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ 'ਚ ਪਿਛਲੇ 24 ਘੰਟਿਆਂ 'ਚ 29 ਲੋਕਾਂ ਦੀ ਹੋਰ मौत हो गई है। इस नाल देश विच जून तो हुण तक मरण वालियां दी गिणती
1290 ਹੋ ਗਈ ਸੀ। ਇਸ ਦੌਰਾਨ ਪਾਕਿਸਤਾਨ ਦੀਆਂ ਸਰਕਾਰੀ ਏਜੰਸੀਆਂ ਅਤੇ ਨਿੱਜੀ ਗੈਰ ਸਰਕਾਰੀ ਸੰਗਠਨ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਮਦਦ ਵਧਾ ਰਹੇ ਨੇ। ਇਸ ਸਮੇਂ ਦੇਸ਼ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬਿਆ ਹੋਇਆ ਹੈ। ਖਾਸ ਤੌਰ ਤੇ ਬਲੋਚਿਸਤਾਨ, ਖੈਬਰ ਪਖਤੂਨਖਵਾ ਅਤੇ ਸਿੰਧ ਪ੍ਰਸ਼ਾਂਤ ਸ਼ਾਮਲ ਨੇ। ਜ਼ੀਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸਿੰਧ ਵਿੱਚ ਘੱਟੋ-ਘੱਟ 180 ਲੋਕ ਮਾਰੇ ਗਏ ਨੇ। ਇਸ ਤੋਂ ਬਾਅਦ ਖੈਬਰ ਪਖਤੂਨਖਵਾ ਵਿੱਚ ਅਤੇ ਬਲੋਚਿਸਤਾਨ ਵਿੱਚ ਵੀ ਲੋਕ ਮਾਰੇ ਗਏ ਨੇ। ਇਸ ਤੋਂ ਇਲਾਵਾ ਹੜ੍ਹ ਵਿੱਚ ਘੱਟੋ-ਘੱਟ 1,46,819 ਘਰ ਆਰਜ਼ੀ ਜਾਂ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ, ਜਦਕਿ 7,36,459 ਪਸ਼ੂ ਹੜ੍ਹ ਕਾਰਨ ਮਾਰੇ ਗਏ ਨੇ। ਯੂਰਪੀ ਮਹਾਂਦੀਪ ਵਿੱਚ ਸਥਿਤ ਦੇਸ਼ ਚੈੱਕ ਗਣਰਾਜ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਗਏ ਨੇ। ਸ਼ਨੀਵਾਰ ਨੂੰ ਸੱਤਾਧਾਰੀ ਪਾਰਟੀ ਦੇ ਖਿਲਾਫ ਰੈਲੀ 'ਚ ਦੂਰ-ਦਰਾਜ ਦੇ ਇਲਾਕਿਆਂ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸ਼ਿਰਕਤ ਕੀਤੀ। ਪੁਲਿਸ ਦਾ ਅੰਦਾਜ਼ਾ ਹੈ ਕਿ ਪ੍ਰਾਗ, ਸੈਂਟਰਲ ਵੈਂਸਲਾਸ ਸਕੁਆਇਰ ਤੇ ਨਾਰਾਜ਼ ਲੋਕਾਂ ਦੀ ਗਿਣਤੀ ਕਰੀਬ 70,000 ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੁਝ ਸਿਆਸੀ ਪਾਰਟੀਆਂ ਨੇ ਕੀਤੀ, ਜਿਸ ਵਿੱਚ ਡਾਇਰੈਕਟਿਡ ਡੈਮੋਕ੍ਰੇਸੀ ਪਾਰਟੀ ਅਤੇ ਕਮਿਊਨਿਸਟ ਪਾਰਟੀ ਸ਼ਾਮਲ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਰੂੜੀਵਾਦੀ ਪ੍ਰਧਾਨ ਮੰਤਰੀ ਪੀਟਰ ਫਿਆਲਾ ਦੀ ਅਗਵਾਈ ਵਾਲੀ ਮੌਜੂਦਾ ਗੱਠਜੋੜ ਸਰਕਾਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਦਰਅਸਲ ਇਹ ਲੋਕ ਸਰਕਾਰ ਦੀ ਪੱਛਮੀ ਦੇਸ਼ਾਂ ਦੀ ਹਮਾਇਤ ਵਾਲੀਆਂ ਨੀਤੀਆਂ ਸਮੇਤ ਕਈ ਮੁੱਦਿਆਂ ਤੋਂ ਨਾਰਾਜ਼ ਨੇ ਅਤੇ ਲਗਾਤਾਰ ਇਸ ਦੀ ਆਲੋਚਨਾ ਕਰ ਰਹੇ ਨੇ। ਪ੍ਰਧਾਨ ਮੰਤਰੀ ਫਿਆਲਾ ਨੇ ਕਿਹਾ ਕਿ ਕਿਸੇ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, ਪਰ ਪ੍ਰਦਰਸ਼ਨਕਾਰੀ ਰੂਸ ਪੱਖੀ ਵਿਚਾਰ ਪ੍ਰਗਟ ਕਰ ਰਹੇ ਨੇ ਜੋ ਚੈੱਕ ਗਣਰਾਜ ਅਤੇ ਸਾਡੇ ਨਾਗਰਿਕਾਂ ਦੇ ਹਿੱਤ ਵਿੱਚ ਨਹੀਂ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਭਾਰਤੀ ਮੂਲ ਦੇ ਪਹਿਲੇ ਸੰਸਦ ਮੈਂਬਰ ਦੇ ਤੌਰ ਤੇ ਸ਼ਾਮਲ ਹੋ ਕੇ ਇਤਿਹਾਸ ਰਚਣ ਵਾਲੇ ਰਿਸ਼ੀ ਸੁਨਕ ਨੇ ਸ਼ਨੀਵਾਰ ਨੂੰ ਆਪਣੀ ਟੀਮ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਆਪਣੀ ਰੈਡੀ ਫॉर ਰਿਸ਼ੀ ਪ੍ਰਚਾਰ ਮੁਹਿੰਮ ਖਤਮ ਕੀਤੀ। ਜ਼ਿਆਦਾਤਰ ਸਰਪੇਖਣ ਅਤੇ ਮੀਡੀਆ ਦੀਆਂ ਖਬਰਾਂ ਵਿੱਚ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਬੋਰਿਸ ਜੌਨਸਨ ਦਾ ਸਥਾਨ ਲੈਣ ਲਈ ਹੋਈਆਂ ਚੋਣਾਂ ਦੇ ਜਦੋਂ ਸੋਮਵਾਰ ਨੂੰ ਨਤੀਜੇ ਆਉਣਗੇ ਤਾਂ ਵਿਦੇਸ਼ ਮੰਤਰੀ ਲਿਜ਼ ਟਰੱਸ ਜੇਤੂ ਹੋਏਗੀ, ਪਰ ਸੁਨਕ ਨੇ ਟਵੀਟ ਕਰਕੇ ਜਿੱਤ ਦੀ ਉਮੀਦ ਪ੍ਰਗਟਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ VOTING ਹੁਣ ਬੰਦ ਹੋ ਗਈ ਹੈ। ਮੇਰੇ ਸਾਰੇ ਸਾਥੀਆਂ, ਪ੍ਰਚਾਰ ਟੀਮ ਅਤੇ ਮੈਨੂੰ ਮਿਲਣ ਵਾਲੇ ਸਾਰੇ ਮੈਂਬਰਾਂ ਨੂੰ ਤੁਹਾਡੇ ਸਮਰਥਨ ਲਈ ਧੰਨਵਾਦ। ਸੋਮਵਾਰ ਨੂੰ ਮਿਲਦੇ ਹਾਂ। ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਸੁਨਕ ਨੇ ਆਪਣੀ ਮੁਹਿੰਮ ਨੂੰ ਵੱਧਦੀ ਮਹਿੰਗਾਈ, ਗੈਰ ਕਾਨੂੰਨੀ ਇਮੀਗ੍ਰੇਸ਼ਨ, ਬ੍ਰਿਟੇਨ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਅਪਰਾਧ ਨਾਲ ਨਜਿੱਠਣ ਅਤੇ ਸਰਕਾਰ ਵਿੱਚ ਵਿਸ਼ਵਾਸ ਬਹਾਲ ਕਰਨ ਲਈ 10 ਸੂਤਰੀ ਯੋਜਨਾ ਤੇ ਕੇਂਦਰਿਤ ਰੱਖਿਆ ਸੀ। WhatsApp ਨੇ ਜੁਲਾਈ ਮਹੀਨੇ 'ਚ ਲਗਭਗ 24 ਲੱਖ ਅਕਾਊਂਟਸ ਨੂੰ ਬੈਨ ਕੀਤਾ ਹੈ। ਇਸ ਦੀ ਜਾਣਕਾਰੀ ਐਪ ਨੇ ਵੀਰਵਾਰ ਨੂੰ ਦਿੱਤੀ ਹੈ। ਇਨ੍ਹਾਂ ਅਕਾਊਂਟਸ ਨੂੰ IT ਨਿਯਮ 2021 ਤਹਿਤ ਬੈਨ ਕੀਤਾ ਗਿਆ। ਪਿਛਲੇ ਮਹੀਨੇ ਦੇ ਮੁਕਾਬਲੇ ਬੈਨ ਹੋਏ ਅਕਾਊਂਟਸ ਦੀ ਗਿਣਤੀ ਵਧੀ ਹੈ। ਕੰਪਨੀ ਨੇ ਜੂਨ ਮਹੀਨੇ ਵਿੱਚ 22 ਲੱਖ ਅਕਾਊਂਟਸ ਨੂੰ ਬੈਨ ਕੀਤਾ ਸੀ, ਜੋ ਜੁਲਾਈ 'ਚ ਵੱਧ ਕੇ 23 ਲੱਖ ਤੋਂ ਜ਼ਿਆਦਾ ਹੋ ਗਏ ਨੇ। ਇਨ੍ਹਾਂ ਅਕਾਊਂਟਸ ਨੂੰ ਯੂਜ਼ਰਸ ਦੀ ਸ਼ਿਕਾਇਤ ਅਤੇ ਨਿਯਮਾਂ ਨੂੰ ਤੋੜਨ ਕਾਰਨ ਬੈਨ ਕੀਤਾ ਗਿਆ ਹੈ। WhatsApp ਸਿੱਧਾ ਯੂਜ਼ਰਸ ਨੂੰ ਬੈਨ ਦਾ ਨੋਟਿਸ ਨਹੀਂ ਭੇਜ ਰਹੀ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਅਕਾਊਂਟਸ ਨੂੰ ਯੂਜ਼ਰਸ ਦੇ ਫੀਡਬੈਕ ਤੋਂ ਬਾਅਦ ਬੈਨ ਕੀਤਾ ਗਿਆ। ਇਨ੍ਹਾਂ ਅਕਾਊਂਟਸ ਨੂੰ ਗਲਤ ਜਾਣਕਾਰੀ ਫੈਲਾਉਣ, ਸਾਈਬਰ ਸਿਕਿਉਰਿਟੀ ਵਿੱਚ ਸੰਨ ਲਗਾਉਣ ਅਤੇ ਦੂਜੇ ਕਾਰਨਾਂ ਕਰਕੇ ਬੈਨ ਕੀਤਾ ਗਿਆ ਹੈ। ਕਈ ਯੂਜ਼ਰਸ ਨੇ ਦੁਰਵਿਵਹਾਰ ਦੀ ਸ਼ਿਕਾਇਤ ਕੀਤੀ ਹੈ। WhatsApp ਨੂੰ ਜੁਲਾਈ ਮਹੀਨੇ 'ਚ 574 ਸ਼ਿਕਾਇਤਾਂ ਮਿਲੀਆਂ। ਇਸ ਪਲੇਟਫਾਰਮ ਤੇ ਭਾਰਤ ਵਿੱਚ 40 ਕਰੋੜ ਤੋਂ ਜ਼ਿਆਦਾ ਯੂਜ਼ਰਸ ਨੇ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਕਾਊਂਟਸ ਨੂੰ IT ਨਿਯਮ 2021 ਤਹਿਤ ਬੈਨ ਕੀਤਾ ਗਿਆ। ਜੁਲਾਈ ਮਹੀਨੇ ਵਿੱਚ ਕੰਪਨੀ ਨੇ ਲੱਖਾਂ ਦੇ ਹਿਸਾਬ ਦੇ ਨਾਲ ਅਕਾਊਂਟਸ ਬੈਨ ਕੀਤੇ। ਦਰਅਸਲ WhatsApp ਹਰ ਮਹੀਨੇ ਅਜਿਹੇ ਅਕਾਊਂਟਸ ਨੂੰ ਬੈਨ ਕਰਦਾ ਹੈ ਜਾਂ ਆਪਣੇ ਪਲੇਟਫਾਰਮ ਤੋਂ ਰਿਮੂਵ ਕਰਦਾ ਹੈ। ਇਸ ਲਿਸਟ ਵਿੱਚ ਉਹ ਅਕਾਊਂਟਸ ਹੁੰਦੇ ਨੇ ਜਿਨ੍ਹਾਂ ਤੇ ਯੂਜ਼ਰਸ ਨੇ ਰਿਪੋਰਟ ਕੀਤਾ ਹੁੰਦਾ ਜਾਂ ਫਿਰ ਜਿਨ੍ਹਾਂ ਨੇ ਐਪਸ ਦੀ ਪਾਲਿਸੀ ਦੀ ਉਲੰਘਣਾ ਕੀਤੀ ਹੁੰਦੀ ਹੈ। ਪਿੰਡ ਰੋਣੇ ਖੁਰਦ ਵਿਖੇ ਸਵੇਰੇ 5 ਵਜੇ ਭਾਰਤ ਦੇ ਸਮੇਂ ਦੇ ਅਨੁਸਾਰ ਅਣਪਛਾਤੇ ਵਿਅਕਤੀ ਨੇ 25 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ। ਇਹ ਵਾਰਦਾਤ ਕੀਤੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਰੋਣੋ ਖੁਰਦ ਦੇ ਕਿਸਾਨ ਸੱਜਣ ਸਿੰਘ ਦੇ ਘਰ ਸਵੇਰੇ ਆਰਟੀਗਾ ਕਾਰ 'ਚ 4-5 ਅਣਪਛਾਤੇ ਵਿਅਕਤੀ ਆਏ। ਉਕਤ ਲੋਕ ਨਕਲੀ ਆਮਦਨ ਟੈਕਸ ਅਧਿਕਾਰੀ ਬਣ ਕੇ ਘਰ ਅੰਦਰ ਵੜ ਗਏ। ਕਿਸਾਨ ਨੂੰ ਛਾਪੇਮਾਰੀ ਦੀ ਗੱਲ ਕਹਿ ਕੇ ਉਸਤੇ ਪਿਸਤੌਲ ਤਾਣ ਦਿੱਤੇ ਤੇ ਘਰ 'ਚ 25 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਏਡੀ ਵੱਡੀ ਲੁੱਟ ਨੂੰ ਕੇਵਲ 20 ਤੋਂ 25 ਮਿੰਟ ਵਿੱਚ ਅੰਜਾਮ ਦੇ ਦਿੱਤਾ। ਇਹ ਸਾਰੀ ਵਾਰਦਾਤ CCTV ਵਿੱਚ ਕੈਦ ਹੋ ਗਈ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਨਜ਼ਰ 'ਚ ਲੱਗ ਰਿਹਾ ਕਿ ਲੁੱਟ ਦੀ ਵਾਰਦਾਤ ਨੂੰ ਕਿਸੇ ਭੇਤੀ ਨੇ ਹੀ ਅੰਜਾਮ ਦਿੱਤਾ। ਲੁਟੇਰਿਆਂ ਨੂੰ ਪਤਾ ਸੀ ਕਿ ਕਿਸਾਨ ਸੱਜਣ ਸਿੰਘ ਨੇ ਜ਼ਮੀਨ ਦਾ ਸੌਦਾ ਕਰਕੇ ਉਸ ਨੂੰ ਖਰੀਦਣਾ ਸੀ, ਜਿਸ ਦਾ ਬਿਆਨਾ ਦੇਣ ਲਈ 25 ਲੱਖ ਰੁਪਏ ਘਰ 'ਚ ਰੱਖੇ ਸੀ। ਫਿਲਹਾਲ DSP ਦੀ ਅਗਵਾਈ 'ਚ ਪੁਲਿਸ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।